हाँ जी हकीम साहब, ਤੁਸੀਂ ਇਹ ਦੱਸੋ, ਡੰਗਰ ਸੂਆ ਜੇਰ ਉਹਨੇ ਨਹੀਂ ਪਾਈ, 24 ਘੰਟੇ ਤੋਂ ਬਾਅਦ ਲੱਗੇ ਟ੍ਰੀਟਮੈਂਟ ਕਰਨ ਤੇ ਉਹ ਵਿੱਚ ਹੀ ਰਹਿ ਗਈ। ਹੁਣ ਉਹਦਾ ਕੀ ਕੀਤਾ ਜਾਵੇ? ਹੁਣ ਜੀ ਅੱਧ ਭਾ ਮੇਥੇ, ਅੱਧ ਭਾ ਮੇਥੇ, ਅੱਧ ਭਾ ਹਾਲੋਂ, ਅੱਧ ਭਾ ਹਾਲੋਂ, ਅੱਧ ਭਾਲਸੀ। ਅੱਧ ਭਾ ਆਲਸੀ, ਇਹਨਾਂ ਦੋਵੇਂ ਕਾਲਾ ਲੂਣ ਤੇ ਚਿੱਟਾ ਲੂਣ। ਅੱਧ ਭਾ ਕਾਲਾ ਲੂਣ, ਅੱਧ ਭਾ ਸਟਾਂਗ ਚਿੱਟਾ। ਸਟਾਂਗ ਆਹ ਗਲਤੀ ਹੋ ਗਈ ਜੀ। ਸਟਾਂਗ ਸਟਾਂਗ ਛਟਾਂਗ ਚਿੱਟਾ ਤੇ ਛਟਾਂਗ ਕਾਲਾ ਲੂਣ। ਕਾਲਾ ਲੂਣ। ਅੱਛਾ। ਉਹਨਾਂ ਨੂੰ ਪਕਾ ਲੈਣਾ ਚੰਗੀ ਤਰ੍ਹਾਂ। ਪਕਾ ਪਾਣੀ ਪਾਉਣਾ ਜਾਂ ਉੱਦਾਂ ਹੀ ਪਕਾ ਪਾਣੀ ਲੈਣਾ? ਪਾ ਕੇ ਜੀ ਪਾਣੀ ਪਾ ਕੇ ਉਹਨਾਂ ਦਾ ਕਾੜਾ ਬਣਾ ਲੈਣਾ। ਕਾੜਾ ਬਣਾ ਲੈਣਾ। ਵਿੱਚ ਉਹਦੇ ਪਾਉਣਾ 1.5 ਪਾ ਪੱਕਾ ਗੁੜ। 1.5 ਪਾ ਪਾਣਾ ਗੁੜ। ਗੁੜ ਅੱਛਾ। ਉਹ ਦੇ ਦਿਓ ਅੱਲਾ ਦੇ ਫੈਲਾਂ ਜੋਰ 2 ਘੰਟੇ ਬਾਅਦ। ਹੁਣ ਦੁਬਾਰਾ ਦੱਸਿਓ। ਅੱਧ ਭਾ ਮੇਥੇ ਜੀ, ਅੱਧ ਭਾ ਮੇਥੇ, ਅੱਧ ਭਾ ਹਾਲੋਂ, ਅੱਧ ਭਾ ਹਾਲੋਂ, ਅੱਧ ਭਾਲਸੀ, ਅੱਧ ਭਾ ਆਲਸੀ, ਸਟਾਂਗ ਸਟਾਂਗ ਲੂਣ, ਇੱਕ ਛਟਾਂਗ ਕਾਲਾ ਲੂਣ, ਇੱਕ ਛਟਾਂਗ ਚਿੱਟਾ ਲੂਣ। ਚਿੱਟਾ ਲੂਣ। ਅੱਛਾ ਜੀ। ਤੇ ਇਹਨੂੰ ਪਕਾ ਲੈਣਾ ਪਾਣੀ 'ਚ ਚੰਗੀ ਤਰ੍ਹਾਂ ਰਿੰਨ ਲੈਣਾ। ਅੱਛਾ ਜੀ। ਰਿੰਨ ਕੇ ਤੇ ਉਹਦੇ ਵਿੱਚ ਪਾ ਲੈਣਾ ਗੁੜ 1.5 ਪਾ ਪੱਕਾ। 1.5 ਪਾ ਪਾਣਾ ਗੁੜ। ਗੁੜ ਪਾ ਕੇ ਤੇ ਠੰਡਾ ਕਰਕੇ ਉਹਨੂੰ ਦੇ ਦਿਓ। ਇਨਸ਼ਾਅੱਲਾ ਜੇਰ ਆ ਜਾਏਗੀ ਬਾਹਰ। ਜੇਰ ਆ ਜਾਊਗੀ। ਜੇਰ ਆ ਜਾਏਗੀ। ਉਹਦੇ ਤੋਂ ਬਾਅਦ ਉਹ ਤੋਂ ਬਾਅਦ ਬੇਸ਼ੱਕ ਨਾ ਕੋਈ ਸ਼ੈ ਵੀ ਦਿਓ। ਠੀਕ ਇਨਸ਼ਾਅੱਲਾ। ਇੱਕੋ ਵਾਰ ਹੀ ਦੇਣਾ? ਇੱਕੋ ਹੀ ਕਾੜਾ ਇੱਕੋ ਹੀ ਕਾਫੀ ਹੈ। ਹੋਰ ਫਿਰ ਕੋਈ ਚੀਜ਼ ਜੇ ਇਹ ਨਾ ਕੋਈ ਦੇਖੀ ਕੋਈ ਪਰੇਸ਼ਾਨੀ ਇੱਕ ਹੋਰ ਦੇ ਦਿਓ। ਅੱਛਾ। ਬਸ 2 ਕਾੜੇ ਬੜੇ। ਉਹ ਹੋਰ ਅਗਲੇ ਦਿਨ ਦੇਣਾ? ਹਾਂਜੀ। ਅੱਛਾ ਇੱਕ ਸਵੇਰ ਕੇ ਸ਼ਾਮ ਦੇ ਦਿਓ। ਠੀਕ ਹੈ ਜੀ। ਠੀਕ ਹੈ। ਚਲੋ ਇਹ ਤਾਂ ਤੁਹਾਡੀ ਹੋ ਗਈ, ਬੜੀ ਮਿਹਰਬਾਨੀ ਹੋ ਗਿਆ। ਇਸ ਤਰ੍ਹਾਂ ਸੂਣ ਤੋਂ ਪਹਿਲਾਂ ਡੰਗਰ ਨੂੰ ਕੀ ਦੇਣਾ ਚਾਹੀਦਾ? ਸੂਣ ਤੋਂ ਪਹਿਲਾਂ ਹੀ ਉਹਨੂੰ ਦਿਓ ਘਿਓ ਹਾਂਜੀ ਲਾਜ਼ਮਨ। ਹਾਂਜੀ ਘਿਓ ਦਿਓ, ਤੇਲ ਦਿਓ। ਹਾਂਜੀ ਉਹਦਾ ਅੰਦਰ ਡੰਗਰ ਹੁੰਦਾ ਖੁਸ਼ਕ। ਹਾਂਜੀ। ਉਹਦਾ ਅੰਦਰ ਤਾਰੂਗਾ ਡੰਗਰ, ਸੌਖਾ ਸੂਗਾ, ਸੌਖੀ ਜੇਰ ਪਊਗੀ, ਦੁੱਧ ਵੀ ਦਊਗਾ। ਠੀਕ ਹੈ ਜੀ। ਘਿਓ ਤੇ ਜਦ ਘਿਓ ਨਹੀਂ ਦੇਣਾ ਤੇ ਤੇਲ ਦਿਓ। ਜੇ ਸਿਆਲ ਹੋਵੇ ਉਹਨੂੰ ਤੇਲ ਦਿਓ ਸਰੋਂ ਦਾ ਤੇ ਇਹਦਾ ਤਿਲਾਂ ਦਾ। ਅੱਛਾ ਜੀ। ਰਲਾ ਕੇ ਮਿਕਸ ਕਰਕੇ ਡੰਗਰ ਨੂੰ ਬੇਸ਼ੱਕ ਹੁਣ ਵੀ ਦੇ ਦਿਓ, ਕੋਈ ਉਹਦਾ ਹਰਜ ਨਹੀਂ। ਜੀ ਠੀਕ ਹੋ ਗਿਆ। ਖਾਲਦ ਸਾਹਿਬ ਜੀ ਤੁਸੀਂ ਦੱਸੋ, ਇਹ ਡੰਗਰ ਜਿਹੜੇ ਅੱਜ ਕੱਲ ਜੇਰ ਨਹੀਂ ਪਾਉਂਦੇ, ਉਹਦੀ ਵਜ੍ਹਾ ਕੀ ਹੁੰਦੀ ਆ? ਵਜ੍ਹਾ ਜੀ ਅੰਦਰ ਖੁਸ਼ਕ ਠੰਡ ਹੋ ਜਾਂਦੀ। ਠੰਡ ਹੋ ਜਾਂਦੀ ਹੈ। ਹਾਂਜੀ, ਠੰਡ ਦੀ ਵਜ੍ਹਾ ਤੋਂ ਨਾ ਹਾਂ। ਉਹ ਫਿਰ ਜੇਰ ਜਿਹੜੀ ਆ ਨਾ ਜੀ ਉਹ ਕੰਡ ਦੇ ਨਾਲ ਲੱਗ ਜਾਂਦੀ ਆ। ਅੱਛਾ। ਇਸ ਵਾਸਤੇ ਫਿਰ ਉਹ ਟੁਰਦੀ ਨਹੀਂ। ਉਹ ਫਿਰ ਹੁਣ ਉਹਦਾ ਕੀ ਕਰਨਾ ਉਹਦਾ ਚਾਹੀਦਾ? ਇਹੋ ਹੀ ਹਾਲ ਹੈ ਜੀ, ਉੱਤਰ ਥਿੰਦਾ ਹੋਵੇ ਹਾਂ। ਤੇ ਜੇਰ ਜਿਹੜੀ ਆ ਨਾਲ ਕੰਡ ਛੱਡ ਜਾਵੇ ਤੇ ਹਾਂਜੀ। ਟੁਰ ਪਵੇ। ਹਾਂਜੀ ਹਾਂਜੀ, ਡੰਗਰ ਜ਼ੋਰ ਤੇ ਮਾਰਦਾ ਹੀ ਆ ਨਾ ਜੀ। ਹਾਂਜੀ। ਉਹ ਫਿਰ ਨਹੀਂ ਟੁਰਦੀ ਖੁਸ਼ਕੀ ਦੀ ਵਜ੍ਹਾ ਤੋਂ। ਠੀਕ ਹੈ ਜੀ। ਅੰਦਰ ਜੋ ਖੁਸ਼ਕ ਆ ਤੇ ਨਰਮ ਹੋਵੇ ਤੇ ਜ਼ੋਰ ਅੰਦਰੋਂ ਟੁਰ ਪਵੇ। ਨਰਮ ਕਾਹਦੇ ਨਾਲ ਉਹਨੂੰ ਗੁੱਡੀ ਕਰਨੀ ਪੈਂਦੀ ਹੈ? ਨਹੀਂ ਜੀ, ਘਿਓ ਨਾਲ ਹੀ ਹੋਣੀ ਆ, ਤੇਲ ਨਾਲ। ਹੋਰ ਕਾਹਦੇ ਨਾਲ ਹੋਣੀ ਆ? ਉਹ ਕਿੱਦਾਂ ਦੇਣਾ ਤੇਲ? ਉਹ ਤੇ ਆਪਣੀ ਹੁਣ ਮਰਜ਼ੀ ਆ ਜੀ। ਹਰ ਰੰਗ ਦੇ ਬੰਦੇ ਦਿੰਦੇ ਆ। ਤੇਲ ਦਿਓ ਜੀ ਪਕਾ ਕੇ। ਕੋਈ ਪਕਾ ਕੇ ਦਿੰਦਾ, ਕੋਈ ਘਿਓ ਦੁੱਧ ਦੇ ਦਿੰਦਾ ਪਕਾ ਕੇ ਵਾਲ ਆਟੇ 'ਚ ਕੇ। ਦੇ ਦਿਓ, ਖਰਚ ਦੇ ਦਿਓ। ਹਾਂ, ਜਿਹਦੇ ਚ ਉਹਦਾ ਮਰਜ਼ੀ ਹੁੱਥੂ ਨਹੀਂ ਲੱਗਦਾ। ਹਾਂ, ਆਟੇ 'ਚ ਹੁੱਥੂ ਬਿਲਕੁਲ ਹੀ ਨਹੀਂ ਲੱਗਦਾ। ਠੀਕ। ਆਟੇ ਦੇ ਵਿੱਚ ਕੱਚੇ ਚ ਰਲਾਣਾ ਜਾਂ ਉਹ ਵੀ ਹਾਂ। ਪਕਾਉਣਾ ਪੈਂਦਾ? ਕੱਚੇ 'ਚ ਜੀ ਹਾਂ। ਕੀੜੇ ਬਣਾ ਕੇ ਦੇ ਦਿਓ ਜੀ। ਆਟੇ 'ਚ ਉਸਰੇ ਲਾ ਕੇ ਨਾ ਜੀ ਹਾਂਜੀ। ਤੇ ਮਲ ਲਵੇ ਬੰਦਾ, ਵੀ ਮਸਲਨ ਤੇਲ ਵਗੇ ਨਾ ਥੱਲੇ ਨੂੰ, ਹੂੰ। ਆਟੇ 'ਚ ਹੀ ਰਵੇ। ਠੀਕ ਹੈ ਜੀ। ਉਹਨੂੰ ਉਹੀ ਪੇੜੇ ਦੇ ਦਿਓ ਤੇ ਉਹ ਖੁਸ਼ਕੀ ਆ ਜਿਹੜੀ ਆ ਅੰਦਰੋਂ ਦੀ ਮੁੱਕ ਜਾਏਗੀ। ਠੀਕ ਹੈ ਜੀ। ਹੁੱਥੂ ਨਹੀਂ ਆਉਂਦਾ ਡੰਗਰ ਨੂੰ। ਠੀਕ ਹੈ। ਹਾਂਜੀ। ਬੜੀ ਮਿਹਰਬਾਨੀ ਜੀ ਤੁਹਾਡੀ ਦੋਨਾਂ ਦੀ। ਤੁਸੀਂ ਬਹੁਤ ਚੰਗੇ ਚੰਗੇ ਨੁਸਖੇ ਦੱਸੇ ਆ। ਤੇ ਜਿਹੜੇ ਵਾਈ ਬਾਣ ਅੱਗੇ ਬਜ਼ੁਰਗਾਂ ਨੂੰ ਤਾਂ ਪਤੇ ਹੁੰਦੇ ਸੀ, ਹੁਣ ਅਗਾਂਹ ਆ ਗਏ ਮੁੰਡਿਆਂ ਦੀ ਹਕੂਮਤ। ਉਹ ਹਰ ਸ਼ਹਿ ਜਾਂਦੇ ਡਾਕਟਰਾਂ ਕੋਲ। ਦੌਰ ਬਦਲ ਨਹੀਂ, ਜਿਹੜੀ ਇਹ ਹਿਕਮਤ ਹੈ, ਇਹ ਹਿਕਮਤ ਹੀ ਆ। ਇਹ ਚੀਜ਼ਾਂ ਜਿਹੜੀਆਂ ਇਹ ਨੋਟ ਕਰਨੀਆਂ ਚਾਹੀਦੀਆਂ, ਰੱਖਣੀਆਂ ਚਾਹੀਦੀਆਂ। ਅਸਲ ਦੇ ਵਿੱਚ ਜਿਹੜੀਆਂ ਹੁੰਦੀਆਂ ਸੀ ਨਾ ਜੀ ਪੁਰਾਣੀਆਂ ਮਾਈਆਂ ਬੀਬੀਆਂ ਸਿਆਣੀਆਂ, ਉਹ ਯਾਦ ਆ, ਉਹ ਜਦੋਂ ਡੰਗਰ ਸੂਣ ਵਾਲਾ ਹੋ ਜਾਂਦਾ ਸੀ ਨਾ, ਉਦੋਂ ਹੀ ਉਹਦੇ ਲਈ ਅਲੱਗਾ ਸੇਰ, 2 ਸਿਰ ਘੇਰ ਰੱਖਦੀਆਂ ਸੀ। 2 ਸਿਰ ਧਾਮ ਰੱਖਦੇ ਸੀ। ਜੇ ਕਿਸੇ ਦਾ ਨਾ ਗੁਜ਼ਾਰਾ ਹੋਣਾ, ਉਹਨੇ ਸੇਰ ਜ਼ਰੂਰ ਰੱਖਣਾ। ਉਹ ਦੇਸੀ ਘਿਓ ਬਣਾਉਣਾ, ਉਹ ਤੋਂ ਦੇਸੀ ਸ਼ੁਰੂ ਘੇ ਹੁੰਦਾ ਸੀ। ਹਾਂਜੀ। ਉਹ ਨਾ ਜੀ, ਉਹ ਫਿਰ ਉਸ ਵੇਲੇ ਉਹ ਜਿਸ ਵੇਲੇ ਸੂਣ ਲੱਗਣਾ ਡੰਗਰ, ਉਹਨਾਂ ਨੇ ਦਿਨ ਗਿਣੇ ਹੁੰਦੇ ਸੀ। ਹਾਂਜੀ। ਹੁਣ ਡਾਇਰੀਆਂ ਤੇ ਵੀ ਲਿਖੇ ਹੁੰਦੇ ਤਾਂ ਭੁੱਲ ਜਾਂਦੇ ਆ। ਜਾਂ। ਜਿੱਦਾਂ ਜਿਸ ਗਾਂ ਦੀ ਅਸੀਂ ਗੱਲ ਕਰਦੇ ਆ, ਤੇ ਭੁੱਲ ਹੀ ਗਏ ਨਾ ਜੀ। ਹਾਂਜੀ, ਭੁੱਲ ਤਾਂ ਹੀ ਇਹਦੇ ਨਾਲ ਇਸ ਵਿਚਾਰੀ ਨਾਲ ਮਸਲਾ ਹੋਇਆ। ਹਾਂ। ਉਦੋਂ ਉਹਨਾਂ ਨੇ ਹੱਥਾਂ ਦੇ ਉੱਤੇ ਉਂਗਲਾਂ ਤੇ ਲਿਖੇ ਹੁੰਦੇ ਸੀਗੇ ਫਲਾਂ ਹਾਂਜੀ। ਤਰੀਕ ਨੂੰ ਸਾਡੇ ਡੰਗਰ ਨੇ ਸੂਣਾ। ਜਾਂ। ਅੱਛਾ, ਡੰਗਰ ਸੂਣ ਵਾਲਾ ਉਦੋਂ ਹੁੰਦਾ ਜਦੋਂ ਬੋਹ ਸਿੱਟ ਦੇਵੇ। ਹਾਂਜੀ। ਜਦੋਂ ਬੋਹ ਸੁੱਟਦੇ ਉਹਦੇ ਤੋਂ ਠੀਕ ਪੂਰੇ ਦਿਨ ਉਹਦੇ ਹੋ ਜਾਂਦੇ ਆ। ਉਹ ਫਿਰ ਰੱਖਦੇ ਸੀ ਖਿਆਲ। ਸੂਣ ਤੋਂ ਦਿਹਾੜੀ ਪਹਿਲੇ ਜਦ ਅੱਜ ਕਹਿਣਾ ਸਾਡਾ ਡੰਗਰ ਸੂ ਪੈਣਾ, ਉਹਨੇ ਉਹ ਕੋਟ ਜਿਹੜੇ ਆ ਢਿੱਲੇ ਕੀਤੇ ਹੋਣੇ, ਫਟਾਫਟ ਉਹ ਦੇ ਦੇਣਾ। ਉਹਦੇ ਨਾਲ ਉਹਦਾ ਇਮਿਊਨ ਸਿਸਟਮ, ਉਹਦੀ ਜਿਹੜੀ ਅੰਦਰ ਦੀ ਐਨਰਜੀ, ਤਾਕਤ ਦਾ ਲੈਵਲ ਆ, ਉਹ ਵੱਧ ਜਾਂਦਾ ਸੀ। ਹਾਂਜੀ। ਸੂ ਵੀ ਸਹੀ ਪੈਂਦਾ ਸੀ। ਔਰ ਉਹਦੇ ਤੋਂ ਇਲਾਵਾ ਉਹ ਜਿਹੜਾ ਡੰਗਰ ਸੀ ਉਹ ਜੇਰ ਵੀ ਪਾਉਂਦਾ ਸੀ। ਜਾਂ। ਹੁਣ ਹਾਂਜੀ, ਜਾ ਵੀ ਆ ਜਾਂਦਾ ਸੀ, ਜੇਰ ਵੀ ਆ ਜਾਂਦੀ ਸੀ। ਹੁਣ ਮਸਲੇ ਹੋ ਗਏ ਆ। ਬਿਹਤਰ ਤਾਂ ਜਿਸ ਤਰ੍ਹਾਂ ਖਾਲਦ ਸਾਹਿਬ ਨੇ, ਅਸਲਮ ਸਾਹਿਬ ਨੇ ਦੱਸਿਆ, ਇਹੀ ਹੈ
ਸੂਣ ਤੋਂ ਪਹਿਲੇ ਦੇਸੀ ਘੇ ਤਾਂ ਹੁਣ ਬੰਦਿਆਂ ਨੂੰ ਨਹੀਂ ਨਾ ਲੱਭਦੇ। ਜੀ। ਜੇ ਲੱਭਣ ਤਾਂ ਉਹਨਾਂ ਦਾ ਇਤਬਾਰ ਨਹੀਂ। ਉਹ ਕਿਸੇ ਜ਼ਮਾਨੇ 'ਚ ਕਹਿੰਦੇ ਹੁੰਦੇ ਸੀ ਮਰਾਸੀ ਜ਼ਿਆ ਦੌਰ 'ਚ ਜੀ ਦੁੱਧ ਲੈ ਗਏ ਹਾਂਜੀ ਪੀਪਿਆਂ ਵਾਲੇ ਤੇ ਪੁੱਤ ਲੈ ਗਏ ਗਲੀਚਿਆਂ ਵਾਲੇ। ਗਲੀਚੇ ਤਾਂ ਮੁੱਕ ਗਏ, ਪੁੱਤ ਹੁਣ ਮੋਬਾਈਲ ਲੈ ਗਏ ਆ ਹਾਂਜੀ ਤੇ ਦੁੱਧ ਹਜੇ ਵੀ ਪੀਪਿਆਂ ਵਾਲੇ ਹੀ ਲੈ ਗਏ ਆ। ਪੀਣ ਨੂੰ ਨਹੀਂ ਲੱਭਦਾ ਪਿੰਡ ਵਾਲਿਆਂ ਨੂੰ ਵੀ। ਉਹ ਉਦੋਂ ਹਰ ਉਸ ਬੰਦਾ- ਟਾਈਮ ਜੀ ਸਿਆਣੇ ਇੱਕ ਗੱਲ ਹੋਰ ਵੀ ਕਹੀ ਸੀ, ਹਾਂਜੀ ਖਾਲਸ ਘਿਓ ਤੇ ਖਾਲਸ ਪਿਓ ਵੀ ਨਹੀਂ ਲੱਭੇਗਾ। ਇਹ ਗੱਲ ਹੋ ਗਈ ਆ। ਹਾਂ ਹਕੀਕਤ ਗੱਲ। ਸਹੀ ਹੈ। ਹਾਂਜੀ ਹਾਂਜੀ ਸਿਆਣਿਆਂ ਬੰਦਿਆਂ ਨੇ ਹਾਂਜੀ ਉਦੋਂ ਇਹ ਵੀ ਬੜੀਆਂ ਗੱਲਾਂ ਦੱਸੀਆਂ ਜੀ ਸਹੀ ਹੈ। ਹਾਂਜੀ। ਹਾਂਜੀ ਹਾਂ। ਠੀਕ ਹੈ ਜੀ। ਹਾਂਜੀ ਠੀਕ ਹੈ। ਹੂੰ। ਹਰ ਬੰਦੇ ਨੂੰ ਜਿਹਦਾ ਡੰਗਰ ਸੂਣ ਵਾਲਾ ਹੋਵੇ, ਤਿਲਾਂ ਦਾ ਤੇਲ ਜਿਹੜਾ ਨਾ ਇਹਦੇ ਵਿੱਚ ਇਹ ਸਾਬਤ ਹੋਇਆ ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਦੂਸਰਿਆਂ 'ਚ ਨਹੀਂ ਹੁੰਦੀਆਂ। ਹਰ ਚੀਜ਼ ਦੀ ਆਪਣੀ ਖਾਸੀਅਤ ਹੁੰਦੀ ਆ। ਇਹ ਜ਼ਰੂਰ ਦੇਣਾ ਚਾਹੀਦਾ ਸੂਣ ਤੋਂ ਪਹਿਲੇ। ਨਾ ਹੋਵੇ ਡਾਲਡਾ ਘੇ ਲੈ ਲਓ, ਪਾਈਆ ਪਾਈਆ ਕਰਕੇ 2 ਸਿਰ ਜਿਹੜਾ 8 ਦਿਨ ਦੇ ਦਿਓ। ਤੇ ਜੇ ਤੁਸੀਂ 4 ਸਿਰ ਦੋਗੇ ਤਾਂ ਸਾਰਾ ਸੂਆ ਤੁਸੀਂ ਜਿਹੜਾ ਨਾ ਮौज ਕਰੋਗੇ। ਇੰਨੀ ਕੀ ਗੱਲ ਆ। ਖਾਲਦ ਸਾਹਿਬ ਹੋਰ ਕੋਈ ਦੱਸਣੀ? ਬਸ ਨਹੀਂ ਅਸਲਮ ਸਾਹਿਬ ਤੁਸੀਂ ਚੌੜੀ ਦੱਸਣੀ ਠੀਕ ਕੋਈ ਹੈ ਗੱਲ? ਜੀ। ਨਹੀਂ ਬਾਜੀ ਹੈ ਹੀ ਇੰਨੀ ਜੀ। ਇਹ ਲਾਜ਼ਮੀ ਚਾਹੀਦਾ ਜੀ। ਹਾਂਜੀ ਬਸ ਇੰਨਾ ਕੀ ਚਾਹੀਦਾ। ਹਾਂਜੀ। ਹੱਸਦੇ ਰਹੋ ਤਾਂ ਵਸਦੇ ਰਹੋ, ਸ਼ਾਦ ਰਹੋ ਤੇ ਆਬਾਦ ਰਹੋ। ਅੱਲਾਹ ਤਾਲਾ ਸਭ ਨੂੰ ਆਸਾਨੀਆਂ عطا ਫਰਮਾਏ ਔਰ ਆਸਾਨੀਆਂ ਵੰਡਣ ਦਾ ਸ਼ਰਫ عطا ਫਰਮਾਏ। ਪਾਕਿਸਤਾਨ ਜ਼ਿੰਦਾਬਾਦ। ਹਾਂ।